Hello students, how are you? We are reading fourth lesson, Liberty and Discipline. And we have read so far. Today we will complete this lesson. Let's read. Here the writer describe an incident which took place when he was a brand new second of lieutenant. ਇੱਥੇ ਰਾਈਟਰ ਇੱਕ ਇਨਸੀਡੈਂਟ ਬਾਰੇ ਦੱਸਦਾ ਹੈ ਜੋ ਵਾਪਰਿਆ ਕਦੋਂ ਵਾਪਰਿਆ ਜਦੋਂ ਉਹ ਨਵਾਂ ਸੈਕਿੰਡ ਲੈਫਟੀਨੈਂਟ ਸੀ ਔਰ ਵਨਸ ਹੀ ਵਾਸ ਵਾਕਿੰਗ ਔਨ ਟੂ ਪਰੇਡ ਇੱਕ ਵਾਰੀ ਉਹ ਪਰੇਡ ਦੇ ਲਈ ਜਾ ਰਿਹਾ ਸੀ ਅ ਪ੍ਰਾਈਵੇਟ ਸੋਲਜਰ ਪਾਸਡ ਹਿਮ ਐਂਡ ਸਲੂਟਡ ਹਿਮ ਇੱਕ ਛੋਟੇ ਦਰਜੇ ਦਾ ਜੋ ਫੌਜੀ ਸੀ ਉਸ ਦੇ ਕੋਲ ਦੀ ਲੰਘਿਆ ਔਰ ਉਸ ਨੂੰ ਸਲੂਟ ਮਾਰਿਆ ਦ ਰਾਈਟਰ acknowledged his salute with an airy wave of the hand ਉਹ ਰਾਈਟਰ ਨੇ ਉਸ ਦੇ ਸਲੂਟ ਨੂੰ ਸਵੀਕਾਰ ਕੀਤਾ ਕਿਸ ਤਰ੍ਹਾਂ ਆਪਣੇ ਹੱਥ ਨੂੰ ਹਵਾ ਦੇ ਵਿੱਚ ਹਿਲਾ ਕੇ just then his colonel came there along with the regimental sergeant major ਔਰ ਉਸੇ ਵਕਤ ਉਸ ਦਾ ਕਰਨਲ ਉੱਥੇ ਆਇਆ ਕਿਸ ਦੇ ਨਾਲ ਰੈਜੀਮੈਂਟਲ ਸਾਰਜੈਂਟ ਮੇਜਰ ਦੇ ਨਾਲ ਹੀ ਰਿਬਿਊਕਡ ਦੀ ਰਾਈਟਰ ਫॉर ਨਾਟ ਰਿਟਰਨਿੰਗ ਅ ਸਲੂਟ ਪ੍ਰੋਪਰਲੀ ਔਰ ਉਸਨੇ ਰਾਈਟਰ ਨੂੰ ਝਿੜਕਿਆ ਕਿਸ ਦੇ ਲਈ ਕਿਉਂਕਿ ਉਸਨੇ ਬਦਲੇ ਵਿੱਚ ਉਸ ਨਿਮਨ ਦਰਜੇ ਦੇ ਅਧਿਕਾਰੀ ਨੂੰ ਜਿਹੜਾ ਉਹ ਸੋਲਜਰ ਸੀ ਉਸ ਨੂੰ ਸਲੂਟ ਨਹੀਂ ਮਾਰਿਆ ਸੀ ਉਸਨੇ ਕੀ ਕੀਤਾ ਸੀ ਹਵਾ ਵਿੱਚ ਹੱਥ ਹਿਲਾ ਕੇ ਉਸ ਦੇ ਸਲੂਟ ਦਾ ਜਵਾਬ ਦਿੱਤਾ ਸੀ ਜਦੋਂ ਕਿ ਸਲੂਟ ਦਾ ਜਵਾਬ ਉਸਨੇ ਸਲੂਟ ਵਿੱਚ ਦੇਣਾ ਸੀ ਹੀ ਪਨਿਸ਼ਡ ਦੀ ਰਾਈਟਰ ਫॉर ਦਿਸ ਫਿਰ ਉਸਨੇ ਸਜ਼ਾ ਦਿੱਤੀ ਰਾਈਟਰ ਨੂੰ ਇਸ ਦੇ ਲਈ ਔਰ ਹੀ ਸੈਡ ਟੂ ਦੀ ਮੇਜਰ ਔਰ ਉਸਨੇ ਮੇਜਰ ਨੂੰ ਕਿਹਾ ਪਲਾਂਟ ਯੂ ਸਟਾਫ ਇਨ ਦੀ ਗਰਾਊਂਡ ਆਪਣਾ ਜੋ ਸਟਾਫ ਜੋ ਡੰਡਾ ਹੈ ਉਹ ਜ਼ਮੀਨ ਵਿੱਚ ਗੱਡ ਦਿਓ ਔਰ ਲੈਟ ਮਿਸਟਰ ਸਲਿਮ ਪ੍ਰੈਕਟਿਸ ਔਰ ਮਿਸਟਰ ਸਲਿਮ ਨੂੰ ਅਭਿਆਸ ਕਰਨ ਦਿਓ ਕਦ ਤੱਕ ਅੰਟਿਲ ਇਟ ਡਜ਼ ਨੋ ਹਾਊ ਟੂ ਰਿਟਰਨ ਅ ਸਲੂਟ ਜਦ ਤੱਕ ਉਹ ਜਾਣ ਨਹੀਂ ਲੈਂਦਾ ਕਿ ਸਲੂਟ ਦਾ ਜਵਾਬ ਕਿਸ ਤਰ੍ਹਾਂ ਦੇਣਾ ਹੈ ਆਫਟਰ ਅਬਾਊਟ 10 ਮਿੰਟਸ ਹੀ ਕਾਲਡ ਦਾ ਰਾਈਟਰ ਅਪ ਟੂ ਹਿਮ ਐਂਡ ਸੈਡ ਲਗਭਗ 10 ਮਿੰਟਾਂ ਬਾਅਦ ਉਸਨੇ ਰਾਈਟਰ ਨੂੰ ਬੁਲਾਇਆ ਔਰ ਕਿਹਾ ਹੁਣ ਯਾਦ ਰੱਖੀ ਰਿਮੈਂਬਰ ਡਿਸਿਪਲਿਨ ਬਿਗਿਨਸ ਵਿਦ ਦੀ ਆਫਿਸਰ ਜੋ ਅਨੁਸ਼ਾਸਨ ਹੈ ਉਹ ਅਫਸਰਾਂ ਤੋਂ ਹੀ ਸ਼ੁਰੂ ਹੁੰਦਾ ਹੈ ਇਫ ਅ ਮੈਨ ਹੋਲਡਸ ਅ ਪੋਜੀਸ਼ਨ ਆਫ ਅਥਾਰਟੀ ਹੀ ਮਸਟ ਇੰਪੋਜ਼ ਡਿਸਿਪਲਿਨ ਔਨ ਹਿਮਸੈਲਫ ਫਸਟ ਜੇਕਰ ਕਿਸੇ ਵਿਅਕਤੀ ਦੇ ਕੋਲ ਕੋਈ ਪ੍ਰਭਾਵਸ਼ਾਲੀ ਪੋਜੀਸ਼ਨ ਹੈ ਅਹੁਦਾ ਹੈ ਤਾਂ ਉਸ ਨੂੰ ਅਨੁਸ਼ਾਸਨ ਸਭ ਤੋਂ ਪਹਿਲਾਂ ਆਪਣੇ ਉੱਪਰ ਇੰਪੋਜ਼ ਕਰਨਾ ਚਾਹੀਦਾ ਹੈ ਲਾਗੂ ਕਰਨਾ ਚਾਹੀਦਾ ਹੈ ਇਟ ਇਜ਼ ਟਰੂ ਇਹ ਸਹੀ ਹੈ that if he gives orders ਇਹ ਸੱਚ ਹੈ ਜੇਕਰ ਉਹ ਹੁਕਮ ਦਿੰਦਾ ਹੈ ਤਾਂ they will be obeyed ਤਾਂ ਉਸ ਦੇ ਹੁਕਮ ਦੀ ਪਾਲਣਾ ਕੀਤੀ ਜਾਵੇਗੀ but he should keep in mind ਲੇਕਿਨ ਉਸ ਨੂੰ ਇਹ ਦਿਮਾਗ ਵਿੱਚ ਰੱਖਣਾ ਚਾਹੀਦਾ ਹੈ ਕਿ he can build up the leadership of his team on the discipline ਔਰ ਉਸ ਨੂੰ ਮਾਈਂਡ ਦੇ ਵਿੱਚ ਕੀ ਰੱਖਣਾ ਚਾਹੀਦਾ ਹੈ ਕਿ ਉਹ ਆਪਣੀ ਟੀਮ ਦੀ ਲੀਡਰਸ਼ਿਪ ਨੂੰ ਬਿਲਡਅਪ ਕਰ ਸਕਦਾ ਹੈ ਕਿਹੜੇ ਬੇਸ ਉੱਪਰ ਡਿਸਿਪਲਿਨ ਉੱਪਰ ਅਨੁਸ਼ਾਸਨ ਉੱਪਰ ਬੇਸਡ ਔਨ ਅੰਡਰਸਟੈਂਡਿੰਗ ਓਨਲੀ ਉਹ ਵੀ ਕਿਹਦੇ ਉੱਪਰ ਆਧਾਰਿਤ ਹੋਵੇ ਸੂਝ-ਬੂਝ ਉੱਪਰ ਇਨ ਆਰਡਰ ਟੂ ਇਨਕਲਕੇਟ ਅ ਸੈਂਸ ਆਫ ਡਿਸਿਪਲਿਨ ਇਨ ਹਿਸ ਸਬਆਰਡੀਨੇਟਸ ਔਰ ਆਪਣੇ ਅਧੀਨ ਕੰਮ ਕਰਨ ਵਾਲਿਆਂ ਦੇ ਵਿੱਚ ਅਨੁਸ਼ਾਸਨ ਦੀ ਭਾਵਨਾ ਦਾ ਸੰਚਾਰ ਕਰਨ ਦੇ ਲਈ ਐਨ ਆਫਿਸਰ ਮਸਟ ਫਸਟ ਰਿਅਲਾਈਜ਼ ਇੱਕ ਆਫਿਸਰ ਨੂੰ ਸਭ ਤੋਂ ਪਹਿਲਾਂ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿਸ ਨੂੰ ਆਪਣੀ ਜ਼ਿੰਮੇਵਾਰੀ ਨੂੰ ਫਿਰ ਉਸ ਨੂੰ ਡਿਸਪਲੇ ਕਰਨਾ ਚਾਹੀਦਾ ਹੈ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿਸ ਦਾ ਹਾਈ ਸਟੈਂਡਰਡਸ ਆਫ ਡਿਸਿਪਲਿਨ ਇਨ ਹਿਜ਼ ਓਨ ਲਾਈਫ ਆਪਣੇ ਜੀਵਨ ਦੇ ਉੱਚ ਮਾਪਦੰਡਾਂ ਦਾ ਅਨੁਸ਼ਾਸਨ ਦੇ ਉੱਚ ਮਾਪਦੰਡਾਂ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਓਨਲੀ ਦੈਨ ਕੈਨ ਹਿਜ਼ ਟੀਚਿੰਗ ਔਰ his instruction have an effect on his subordinates ਫਿਰ ਜਾ ਕੇ ਉਸ ਦੀਆਂ ਜੋ ਸਿੱਖਿਆਵਾਂ ਨੇ ਔਰ ਉਸ ਦੇ ਜੋ ਨਿਰਦੇਸ਼ ਹਨ
ਉਸ ਦੇ ਅਧੀਨ ਕਰਮਚਾਰੀਆਂ ਉੱਪਰ ਕੋਈ ਨਾ ਕੋਈ ਪ੍ਰਭਾਵ ਪੈਦਾ ਕਰ ਸਕਦੇ ਹਨ। ਨੋ ਡਾਊਟ, ਇਸ ਵਿੱਚ ਕੋਈ ਸ਼ੱਕ ਨਹੀਂ। ਡਿਸਿਪਲਨ ਪੁੱਟਸ ਸਮ ਚੈਕਸ ਔਨ ਆਵਰ ਫਰੀडम, ਕਿ ਜੋ ਅਨੁਸ਼ਾਸਨ ਹੈ ਉਹ ਸਾਡੀ ਆਜ਼ਾਦੀ ਦੇ ਉੱਪਰ ਕੁਝ ਪਾਬੰਦੀਆਂ ਲਗਾਉਂਦਾ ਹੈ। ਬਟ ਇਟ ਡਜ਼ ਨਾਟ ਕੱਟ ਡਾਊਨ, ਪਰੰਤੂ ਇਹ ਕੱਟ ਨਹੀਂ ਕਰਦਾ ਇੰਡੀਵਿਜੂਅਲ ਫਰੀडम ਨੂੰ, ਨਿੱਜੀ ਆਜ਼ਾਦੀ ਨੂੰ, ਵਿਅਕਤੀਗਤ ਆਜ਼ਾਦੀ ਨੂੰ ਇਹ ਕੱਟ ਨਹੀਂ ਕਰਦਾ। ਅਸਲ ਦੇ ਵਿੱਚ ਇਹ ਤਾਂ ਫਾਊਂਡੇਸ਼ਨ ਹੈ, ਇਹ ਇੱਕ ਨੀਂਹ ਹੈ ਆਲ ਫਰੀडम ਦੀ। ਜੋ ਅਨੁਸ਼ਾਸਨ ਹੈ ਉਹ ਇੱਕ ਸਾਰੀ ਹਰ ਕਿਸਮ ਦੀ ਆਜ਼ਾਦੀ ਦੀ ਇੱਕ ਨੀਂਹ ਹੈ। ਇਟ ਮੇਕਸ ਮੈਨ ਟਰੂਲੀ ਫਰੀ, ਔਰ ਇਹ ਜੋ ਅਨੁਸ਼ਾਸਨ ਹੈ ਉਹ ਸੱਚਮੁੱਚ ਵਿੱਚ ਆਦਮੀ ਨੂੰ ਫਰੀ ਬਣਾਉਂਦਾ ਹੈ। ਇਟ ਇਨੇਬਲਸ ਮੈਨ, ਔਰ ਜੋ ਅਨੁਸ਼ਾਸਨ ਉਹ ਆਦਮੀ ਨੂੰ ਯੋਗ ਬਣਾਉਂਦਾ ਹੈ ਇਸ ਵਿੱਚ ਰਹਿਣ ਦੇ ਲਈ, ਕਮਿਊਨਿਟੀ ਦੇ ਵਿੱਚ ਰਹਿਣ ਦੇ ਲਈ, ਸਮਾਜ ਦੇ ਵਿੱਚ ਰਹਿਣ ਦੇ ਲਈ। ਐਂਡ ਯੈਟ ਰਿਟੇਨ ਇੰਡੀਵਿਜੂਅਲ ਲਿਬਰਟੀ, ਔਰ ਇਸ ਦੇ ਨਾਲ ਕਾਇਮ ਰਹਿੰਦੀ ਹੈ ਜੋ ਸਾਡੀ ਨਿੱਜੀ ਆਜ਼ਾਦੀ ਹੈ। ਸੋ ਇਟ ਇਜ਼ ਨਾਟ ਐਟ ਆਲ ਡੈਰੋਗੇਟਰੀ, ਇਸ ਲਈ ਇਹ ਕੋਈ ਅਪਮਾਨ ਵਾਲੀ ਗੱਲ ਨਹੀਂ ਹੈ, ਇਨਸਲਟਿੰਗ ਵਾਲੀ ਗੱਲ ਨਹੀਂ ਹੈ ਕਿਸੇ ਆਦਮੀ ਦੇ ਲਈ ਔਰ ਕਿਸੇ ਔਰਤ ਦੇ ਲਈ। ਇਹ ਤਾਂ ਇਨੋਬਲਿੰਗ ਹੈ, ਇਹ ਤਾਂ ਨੇਕ ਬਣਾਉਣ ਵਾਲੀ ਗੱਲ ਹੈ। ਵਿਦਾਊਟ ਡਿਸਿਪਲਿਨ ਨੋ ਨੇਸ਼ਨ ਕੈਨ ਓਵਰਕਮ ਐਨੀ ਇਕਨੋਮਿਕ ਔਰ ਮਿਲਟਰੀ ਕ੍ਰਾਈਸਿਸ। ਅਨੁਸ਼ਾਸਨ ਦੇ ਬਗੈਰ ਕੋਈ ਵੀ ਰਾਸ਼ਟਰ ਕਿਸੇ ਆਰਥਿਕ ਜਾਂ ਸੈਨਿਕ ਸੰਕਟ ਉੱਪਰ ਕਾਬੂ ਨਹੀਂ ਪਾ ਸਕਦਾ। ਡੈਮੋਕ੍ਰੇਸੀ ਮੀਨਸ that responsibility is decentralized। ਲੋਕਤੰਤਰ ਦਾ ਅਰਥ ਹੁੰਦਾ ਹੈ ਜ਼ਿੰਮੇਵਾਰੀ ਦਾ ਵਿਕੇਂਦਰੀਕ੍ਰਿਤ ਹੋਣਾ। ਐਂਡ no one can avoid doing something, ਔਰ ਕੋਈ ਵੀ ਉਸ ਕੰਮ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ। he should do, ਜੋ ਉਸ ਤੋਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ। ਬਟ ਇਟ ਇਜ਼ ਵੈਰੀ ਸੈਡ, ਲੇਕਿਨ ਦੁੱਖ ਦੀ ਗੱਲ ਹੈ ਕਿ ਮੈਨੀ ਆਫ ਅਸ ਕਵਰ ਸ਼ੇਅਰ ਆਫ ਵਰਕ, ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਹਿੱਸੇ ਦੇ ਕੰਮ ਤੋਂ ਜੀ ਚਰਾਉਂਦੇ ਹਨ। ਇਫ ਐਵਰੀ ਵਨ ਆਫ ਅਸ ਰੀਅਲੀ ਵਰਕਸ, ਜੇਕਰ ਹਰ ਕੋਈ ਅਸਲ ਦੇ ਵਿੱਚ ਕੰਮ ਕਰਦਾ ਹੈ ਤਾਂ ਵੀ ਕੈਨ ਓਵਰਕਮ, ਤਾਂ ਅਸੀਂ ਕਾਬੂ ਪਾ ਸਕਦੇ ਹਾਂ ਹਰ ਕਿਸਮ ਦੇ ਸੰਕਟ ਦੇ ਉੱਪਰ, ਹਰ ਕਿਸਮ ਦੇ ਕ੍ਰਾਈਸਿਸ ਦੇ ਉੱਪਰ। ਬਟ ਆਲ ਦੈਟ ਟੇਕਸ ਡਿਸਿਪਲਿਨ, ਪਿਓਰ ਡਿਸਿਪਲਿਨ ਦੈਟ ਕਮਸ ਫਰੋਮ ਇਨਸਾਈਡ। ਪਰੰਤੂ ਆਲ ਇਹ ਸਭ ਕੁਝ ਕਿਸ ਦੇ ਨਾਲ ਆਉਂਦਾ ਹੈ? ਡਿਸਿਪਲਿਨ ਦੇ ਨਾਲ, ਔਰ ਉਹ ਵੀ ਸ਼ੁੱਧ ਖਾਲਸ ਡਿਸਿਪਲਿਨ। ਔਰ ਇਹ ਕਿਸ ਅੰਦਰ ਤੋਂ ਪੈਦਾ ਹੁੰਦਾ ਹੈ, ਔਰ ਇਹ ਜੋ ਅਨੁਸ਼ਾਸਨ ਹੈ ਉਹ ਅੰਦਰ ਤੋਂ ਪੈਦਾ ਹੁੰਦਾ ਹੈ। ਵੀ ਥਿੰਕ ਮੋਰ ਆਫ ਲਿਬਰਟੀ ਦੈਨ ਆਫ ਰਿਸਪੋਂਸਿਬਿਲਿਟੀ। ਸਾਨੂੰ ਸੋਚਣਾ ਚਾਹੀਦਾ ਹੈ ਮੋਰ ਆਫ ਲਿਬਰਟੀ ਦੈਨ ਆਫ ਰਿਸਪੋਂਸਿਬਿਲਿਟੀ। ਔਰ ਸਭ ਦੇ ਲਈ ਅਨੁਸ਼ਾਸਨ ਜੋ ਹੈ ਉਹ ਜ਼ਿੰਮੇਵਾਰੀ ਤੋਂ ਜ਼ਿਆਦਾ ਆਪਣੀ ਆਜ਼ਾਦੀ ਦੇ ਬਾਰੇ ਸੋਚਣਾ ਚਾਹੀਦਾ ਹੈ। ਵੀ ਥਿੰਕ ਮੋਰ ਆਫ ਲਿਬਰਟੀ ਦੈਨ ਆਫ ਰਿਸਪੋਂਸਿਬਿਲਿਟੀ। ਅਸੀਂ ਆਪਣੀ ਜ਼ਿੰਮੇਵਾਰੀ ਤੋਂ ਜ਼ਿਆਦਾ ਕਿਸ ਬਾਰੇ ਸੋਚਦੇ ਹਾਂ? ਆਪਣੀ ਆਜ਼ਾਦੀ ਬਾਰੇ। ਵੀ ਸ਼ੁੱਡ ਆਲਵੇਜ਼ ਕੀਪ ਇਨ ਮਾਈਂਡ, ਸਾਨੂੰ ਇਹ ਮਨ ਵਿੱਚ ਗੱਲ ਰੱਖਣੀ ਚਾਹੀਦੀ ਹੈ ਕਿ ਵੀ ਕੈਨ ਨੇਵਰ ਗੈਟ ਐਨੀਥਿੰਗ, ਕਿ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਵਿਦਾਊਟ ਪੇਇੰਗ ਸਮਥਿੰਗ ਫॉर ਇਟ, ਕਿ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਦਾ ਮੁੱਲ ਚੁਕਾਏ ਬਿਨਾ। ਐਂਡ ਇਨ ਦਿਸ ਕੇਸ ਲਿਬਰਟੀ ਇਜ਼ ਨੋ ਐਕਸੈਪਸ਼ਨ, ਔਰ ਇਸ ਸੰਬੰਧ ਵਿੱਚ ਆਜ਼ਾਦੀ ਵੀ ਕੋਈ ਐਕਸੈਪਸ਼ਨ ਨਹੀਂ ਹੈ, ਅਪਵਾਦ ਨਹੀਂ ਹੈ। ਔਰ ਇਸ ਕੇਸ ਦੇ ਵਿੱਚ ਜੋ ਆਜ਼ਾਦੀ ਹੈ ਉਹ ਕੋਈ ਅਪਵਾਦ ਨਹੀਂ ਹੈ। ਵੀ ਕੈਨ ਹੈਵ ਡਿਸਿਪਲਿਨ ਵਿਦਾਊਟ ਲਿਬਰਟੀ। ਅਸੀਂ ਆਜ਼ਾਦੀ ਤੋਂ ਬਿਨਾਂ ਅਨੁਸ਼ਾਸਨ ਤਾਂ ਹਾਸਿਲ ਕਰ ਸਕਦੇ ਹਾਂ, ਬਟ ਵੀ ਕੈਨ ਨਾਟ ਹੈਵ ਲਿਬਰਟੀ ਵਿਦਾਊਟ ਡਿਸਿਪਲਿਨ। ਲੇਕਿਨ ਅਨੁਸ਼ਾਸਨ ਦੇ ਬਿਨਾਂ ਆਜ਼ਾਦੀ ਹਾਸਲ ਨਹੀਂ ਕਰ ਸਕਦੇ। ਥੈਂਕਸ।